ਜਿਹੜੀ ਹਨੀ ਬੀ ਆ ਉਹ ਮਾਊਂਟ ਐਵਰੈਸਟ ਦੀ ਉਚਾਈ ਤੋਂ ਵੀ ਉੱਚੀ ਉਚਾਈ ਦੇ ਵਿੱਚ ਉੱਡ ਸਕਦੀ ਆ। ਜਿਹੜਾ ਅਬਰਾਹਮ ਲਿੰਕਨ ਆ ਜੋ ਕਿ 16th ਪ੍ਰੈਜ਼ੀਡੈਂਟ ਰਿਹਾ ਯੂਨਾਈਟਿਡ ਸਟੇਟਸ ਦਾ, ਉਹ ਇੱਕ ਟਾਈਮ ਆਪਦੀ ਜ਼ਿੰਦਗੀ ਦੇ ਵਿੱਚ ਬਾਰਟੈਂਡਰ ਦਾ ਕੰਮ ਵੀ ਕਰਦਾ ਰਿਹਾ। ਇਹੋ ਜਿਹੀ ਕੋਈ ਆਪਾਂ ਹੈਰਤ ਅੰਗੇਜ਼ ਜਿਹੜੇ ਬਹੁਤ ਹੀ ਅਨਨੋਨ ਫੈਕਟਸ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਮੇਰਾ ਨਾਮ ਹੈ ਗੁਰਵੀਰ ਸਿੰਘ, ਤੁਸੀਂ ਵੇਖ ਰਹੇ ਹੋ ਪੰਜਾਬੀ ਮੁੰਡੇ ਦਾ ਚੈਨਲ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹੀ ਕੁਝ ਫੈਕਟਸ ਦੀ ਗੱਲ ਕਰਾਂਗੇ। ਸ਼ੁਰੂ ਕਰਦੇ ਹਾਂ ਆਪਾਂ ਉਹਦੇ ਪਹਿਲੇ ਫੈਕਟ ਤੋਂ। ਅਰਮਾਡਿਲੋ ਇੱਕ ਇਹੋ ਜਿਹਾ ਮੈਮਲ ਆ ਜੋ ਕਿ ਉਹਦੀ ਸਕਿਨ ਦੇ ਉੱਤੇ ਇੱਕ ਹਾਰਡ ਸ਼ੈਲ ਬਣੀ ਹੁੰਦੀ ਆ। ਜਿਵੇਂ ਟੋਰਟੋਇਸ ਦੇ ਉੱਤੇ, ਕੱਚੂ ਕੰਮੇ ਦੇ ਉੱਤੇ ਇੱਕ ਹਾਰਡ ਸ਼ੈਲ ਹੁੰਦੀ ਆ, ਉਵੇਂ ਅਰਮਾਡਿਲੋ ਦੇ ਉੱਤੇ ਵੀ ਇੱਕ ਹਾਰਡ ਸ਼ੈਲ ਹੁੰਦੀ ਆ ਜੋ ਕਿ ਇੰਨੀ ਜ਼ਿਆਦਾ ਸਖਤ ਹੁੰਦੀ ਆ ਕਿ ਉਹ ਬੁਲਟ ਪ੍ਰੂਫ ਹੁੰਦੀ ਆ। ਉਹ ਬੁਲਟ ਪ੍ਰੂਫ ਕਿਵੇਂ ਹੁੰਦੀ ਆ? ਇੱਕ ਵਾਰੀ ਇੱਕ ਟੈਕਸਸ ਦੇ ਮੈਨ ਨੇ, ਟੈਕਸਸ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਸਟੇਟ ਆ ਜੋ ਕਿ ਇੱਕ ਬਹੁਤ ਹੀ ਵੱਡੀ ਸਟੇਟ ਆ, ਉੱਥੋਂ ਦੇ ਇੱਕ ਬੰਦੇ ਨੇ ਉਸ ਦੇ ਉੱਤੇ ਗੋਲੀ ਚਲਾਈ ਤੇ ਉਹਦੀ ਸ਼ੈਲ ਜਿਹੜੀ ਸੀ ਉਹ ਇੰਨੀ ਕਿ ਜ਼ਿਆਦਾ ਸਖਤ ਸੀ, ਬੁਲਟ ਪ੍ਰੂਫ ਸੀ ਕਿ ਉਹ ਗੋਲੀ ਰਿਫਲੈਕਟ ਹੋ ਕੇ ਉਹਦੇ ਆਪ ਦੇ ਜਬਾੜੇ ਤੇ ਜਾ ਕੇ ਵੱਜੀ ਆ। ਤਾਂ ਇੱਕ ਰੀਅਲ ਕੇਸ ਆ। ਹੁਣ ਗੱਲ ਕਰਦੇ ਆਪਾਂ ਉਹਦੇ ਦੂਜੇ ਫੈਕਟ ਦੀ। ਇੱਕ ਜਿਹੜਾ ਆਕਟੋਪਸ ਹੁੰਦਾ ਜਿਹਦੀਆਂ 8 ਲੱਤਾਂ ਹੁੰਦੀਆਂ ਨੇ, ਉਹ ਆਕਟੋਪਸ ਆਪਦੀ ਜ਼ਿੰਦਗੀ ਦੇ ਵਿੱਚ 56,000 ਇੱਕ ਵਾਰੀ ਤੇ ਐਗ ਲੇ ਕਰਦਾ। ਇੱਕ ਵਾਰੀ ਜਦੋਂ ਐਗ ਲੇ ਕਰਦਾ 56,000 ਐਗ ਲੇ ਕਰਦਾ ਤੇ ਉਹ ਐਗ ਲੇ ਕਰਕੇ ਜਿਹੜੀ ਮਾਂ ਦਾ ਆਕਟੋਪਸ ਆ ਉਹ ਉਹਦੇ ਉੱਤੇ ਬੈਠ ਜਾਂਦੀ ਆ। 6 ਮਹੀਨੇ ਲਗਾਤਾਰ ਉਹ ਐਗਸ ਦੀ ਪ੍ਰੋਟੈਕਸ਼ਨ ਕਰਦੀ ਆ ਤੇ ਜਦੋਂ ਉਹ ਜਨਮ ਲੈਂਦੇ ਆ ਆਂਡਿਆਂ ਦੇ ਵਿੱਚੋਂ ਨਿਕਲਦੇ ਆ ਆਕਟੋਪਸ, ਉਹਨਾਂ ਦਾ ਸਾਈਜ਼ ਹੁੰਦਾ ਇੱਕ ਰਾਈਸ ਦੇ ਦਾਣੇ ਵਰਗਾ। ਹੁਣ ਗੱਲ ਕਰਦੇ ਆਪਾਂ ਉਹਦੇ ਅਗਲੇ ਫੈਕਟ ਦੀ। ਬਲੂ ਵੇਲ ਬਾਰੇ ਤੁਸੀਂ ਸੁਣਿਆ ਹੀ ਹੋਊਗਾ ਜਾਂ ਤੁਸੀਂ ਟੀਵੀ ਤੇ ਵੀ ਵੇਖੀ ਹੋਊਗੀ। ਬਲੂ ਵੇਲ ਬਹੁਤ ਹੀ ਵੱਡੇ ਸਾਈਜ਼ ਦੀ ਹੁੰਦੀ ਆ। ਜਦੋਂ ਉਹ ਇੱਕ ਵਾਰੀ ਚ ਆਪਦਾ ਫੂਡ ਇਨਟੇਕ ਕਰਦੀ ਆ ਤਾਂ ਉਹ ਇੰਨੀ ਜ਼ਿਆਦਾ ਕੈਲਰੀਜ਼ ਲੈ ਜਾਂਦੀਆਂ ਜੋ ਕਿ ਆਪਦੇ ਹਿਸਾਬ ਤੋਂ ਵੀ ਵੱਧ ਹੁੰਦੀਆਂ। ਉਹਨਾਂ ਦਾ ਇੱਕ ਟਾਈਮ ਦਾ ਫੂਡ ਹੁੰਦਾ ਜਿਹੜਾ ਉਹਦੀਆਂ ਕੈਲਰੀਜ਼ ਹੁੰਦੀਆਂ 4,57,000 ਦੇ ਅਰਾਊਂਡ। ਇੰਨੀਆਂ ਕੈਲਰੀਜ਼ ਉਹ ਇੱਕ ਵਾਰੀ ਚ ਇਨਟੇਕ ਕਰ ਲੈਂਦੇ ਆ ਜੋ ਕਿ ਉਹਨਾਂ ਦੀ ਜਿਹੜੀ ਖਪਤ ਹੁੰਦੀ ਆ ਉਹ ਚੀਜ਼ ਖਾਣ ਵਾਸਤੇ, ਉਹਦੇ ਵਾਸਤੇ ਉਹਨਾਂ ਨੂੰ ਉਹਦਾ 140ਵਾਂ ਗੁਣਾ ਹੀ ਹਿੱਸਾ ਚਾਹੀਦਾ ਹੁੰਦਾ ਉਸ ਇਨਟੇਕ ਨੂੰ ਆਪਦੇ ਅੰਦਰ ਡਾਈਜੈਸਟ ਕਰਨ ਵਾਸਤੇ, ਖਾਣ ਵਾਸਤੇ। ਹੁਣ ਗੱਲ ਕਰਦੇ ਹਾਂ ਆਪਾਂ ਆਪਦੇ ਅਗਲੇ ਫੈਕਟ ਦੀ। ਮਿੱਕੀ ਮਾਊਸ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਰਟੂਨ ਵੇਖੇ ਹੋਣੇ ਆ, ਨਿੱਕੇ ਹੁੰਦੇ ਆਪਾਂ ਵੇਖਦੇ ਆਏ ਆ। ਆਪਾਂ ਉਹਨਾਂ ਦੇ ਕਰੈਕਟਰ ਨੂੰ ਚੰਗੀ ਤਰ੍ਹਾਂ ਸਟੱਡੀ ਕਰੀਏ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੇ ਉਹਨਾਂ ਦੇ ਹੱਥ ਆ ਉਹਨਾਂ ਤੇ ਗਲਵਸ ਚੜੇ ਹੁੰਦੇ ਆ। ਉਹ ਗਲਵਸ ਕਿਉਂ ਚੜੇ ਹੁੰਦੇ ਆ? ਉਹਨਾਂ ਦੇ ਦੋ ਕਾਰਨ ਆ। ਉਹਦੇ ਆਥਰ ਨੇ ਇਹ ਦੱਸਿਆ ਸੀ, ਉਹਦੇ ਜਿਹੜੇ ਕ੍ਰੀਏਟਰ ਆ ਉਹਨੇ ਇਹ ਦੱਸਿਆ ਸੀ ਕਿ ਜਿਹੜੇ ਉਹਨਾਂ ਦੇ ਮਾਊਸ ਆ, ਜਿਹੜੇ ਮਾਊਸ ਦੇ ਉੱਤੇ ਗਲਵਸ ਚੜੇ ਹੋਏ ਆ ਹੱਥਾਂ ਦੇ, ਉਹ ਤਾਂ ਚੜਾਏ ਗਏ ਆ ਕਿਉਂਕਿ ਜੇ ਉਹਨਾਂ ਦੇ ਥਾਂ ਤੇ ਹੱਥ ਵੜਾਇਆ ਜਾਵੇ ਤਾਂ ਉਹ ਜ਼ਿਆਦਾ ਐਨੀਮੇਸ਼ਨ ਡਿਮਾਂਡ ਕਰਦੇ ਸੀਗੇ, ਜ਼ਿਆਦਾ ਐਨੀਮੇਸ਼ਨ ਦੀ ਲੋੜ ਪੈਂਦੀ ਸੀ ਜੋ ਕਿ ਬਹੁਤ ਹੀ ਵੇਸਟ ਆਫ ਟਾਈਮ ਸੀ ਤੇ ਇੱਕ ਐਕਸਟਰਾ ਚੀਜ਼ ਬਣ ਜਾਣੀ ਸੀ। ਇਸ ਕਰਕੇ ਉਹਨਾਂ ਨੂੰ ਐਨੀਮੇਸ਼ਨ ਨੂੰ ਈਜ਼ੀ ਰੱਖਣ ਵਾਸਤੇ ਤੇ ਸੌਖਾ ਰੱਖਣ ਵਾਸਤੇ ਗਲਵਸ ਦਾ ਯੂਜ਼ ਕੀਤਾ ਸੀ। ਦੂਸਰਾ ਕਾਰਨ ਇਹ ਸੀ ਕਿ ਜਿਹੜਾ ਮਿੱਕੀ ਮਾਊਸ ਆ ਉਹ ਇੱਕ ਮਾਊਸ ਦਾ ਕਰੈਕਟਰ ਆ। ਮਾਊਸ ਦਾ ਕਰੈਕਟਰ ਉਹਨਾਂ ਨੇ ਇੱਕ ਹਿਊਮਨ ਬੀਇੰਗ ਵਾਂਗੂ ਦਿਖਾਉਣਾ ਸ਼ੁਰੂ ਕੀਤਾ। ਉਹਨਾਂ ਨੇ ਇੱਕ ਹਿਊਮਨ ਬੀਇੰਗ ਦੀ ਤਰ੍ਹਾਂ ਉਹਨੂੰ ਸ਼ੋਅ ਕੀਤਾ। ਇਸ ਕਰਕੇ ਜਿਹੜੇ ਮਾਊਸ ਦੇ ਜਿਹੜੇ ਕ੍ਰੋਸ ਹੁੰਦੇ ਆ, ਉਹਦੇ ਹੱਥ ਹੁੰਦੇ ਆ, ਉਹ ਬਹੁਤ ਹੀ ਵੀਅਰਡ ਲੱਗਣੇ ਸੀ, ਬਹੁਤ ਹੀ ਖਰਾਬ ਲੱਗਣੇ ਸੀ ਉਹ ਹਿਊਮਨ ਦੇ ਕਰੈਕਟਰ ਵਾਂਗੂ ਜੇ ਸ਼ੋਅ ਕਰਦੇ। ਇਸ ਕਰਕੇ ਉਹਨਾਂ ਨੇ ਗਲਵਸ ਸੋਚਿਆ, ਬਿਹਤਰ ਸੋਚਿਆ ਕਿ ਗਲਵਸ ਹੀ ਉਹਦੀ ਥਾਂ ਤੇ ਬਹੁਤ ਵਧੀਆ ਫਿੱਟ ਬਹਿਣਗੇ। ਇਹਨਾਂ ਦੋ ਕਾਰਨਾਂ ਕਰਕੇ ਹੀ ਮਿੱਕੀ ਮਾਊਸ ਦੇ ਗਲਵਸ ਪਾਏ ਗਏ ਸੀਗੇ। ਇੱਕ ਤਾਂ ਐਨੀਮੇਸ਼ਨ ਦੀ ਕਮੀ ਹੋਣ ਕਰਕੇ ਤੇ ਇੱਕ ਉਹਨਾਂ ਦਾ ਕਰੈਕਟਰ ਸੋਹਣਾ ਲੱਗਣ ਕਰਕੇ ਉਹ ਗਲਵਸ ਪਾਏ ਗਏ ਸੀ। ਇਸ ਤੋਂ ਅਗਲੇ ਫੈਕਟ ਦੀ ਗੱਲ ਕਰਦੇ ਹਾਂ। ਤੁਸੀਂ US ਦਾ ਝੰਡਾ ਵੇਖਦੇ ਆ, ਅਮਰੀਕਾ ਦਾ ਝੰਡਾ ਵੇਖਦੇ ਆ ਜਿਹਦੇ ਵਿੱਚ ਬਲੂ ਤੇ ਰੈੱਡ ਜਿਹੀਆਂ ਲਾਈਨਸ ਆ ਤੇ ਇੱਕ ਨਿੱਕਾ ਜਿਹਾ ਪੋਰਸ਼ਨ ਹੈ ਜਿਹਦੇ ਵਿੱਚ 50 ਸਟਾਰਸ ਆ। ਉਹ ਕਿਹਨੇ ਬਣਾਇਆ ਸੀ? ਉਹ ਇੱਕ ਸਕੂਲ ਦੇ ਸਟੂਡੈਂਟ ਨੇ ਬਣਾਇਆ ਸੀ ਜਿਹਦਾ ਨਾਮ ਸੀ ਹੈਫਟ। ਉਸ ਬੰਦੇ ਨੇ ਬਣਾਇਆ ਸੀ, ਇੱਕ ਸਕੂਲ ਨੂੰ ਪ੍ਰੋਜੈਕਟ ਦਿੱਤਾ ਗਿਆ ਸੀਗਾ। ਜਦੋਂ 1958 ਦੇ ਵਿੱਚ ਉਸ ਹੈਫਟ ਨੇ ਉਹ ਜਿਹੜਾ ਡਿਜ਼ਾਈਨ ਆ ਉਹ ਕ੍ਰੀਏਟ ਕੀਤਾ, ਉਦੋਂ ਅਲਾਸਕਾ ਤੇ ਹਵਾਈ US ਦੀਆਂ ਸਟੇਟਸ ਨਹੀਂ ਸੀਗੀਆਂ। ਉਦੋਂ ਉਹ ਡਿਜ਼ਾਈਨ ਕੀਤਾ ਗਿਆ ਸੀਗਾ ਤੇ ਜਿਹੜਾ ਉਹਦਾ ਸਕੂਲ ਟੀਚਰ ਸੀਗਾ ਉਹਨੇ ਉਹ ਫਲੈਗ ਨੂੰ B ਗ੍ਰੇਡ ਦਿੱਤਾ ਸੀ। ਕਹਿੰਦੇ ਸੀ ਇਹ ਕਿ ਬੇਕਾਰ ਜਿਹਾ ਫਲੈਗ ਬਣਾਇਆ। ਉਸ ਤੋਂ ਬਾਅਦ ਜਦੋਂ ਉਹੀ ਪ੍ਰੋਜੈਕਟ, ਉਹੀ ਸੇਮ ਫਲੈਗ ਜਦੋਂ ਉੱਥੋਂ ਦੇ ਮੌਜੂਦਾ ਪ੍ਰੈਜ਼ੀਡੈਂਟ ਨੂੰ ਦਿਖਾਇਆ ਗਿਆ ਤਾਂ ਉਹਨਾਂ ਨੇ ਉਹੀ ਡਿਜ਼ਾਈਨ ਪ੍ਰੂਵ ਕਰ ਦਿੱਤਾ ਤੇ ਉਹੀ ਉਹਨਾਂ ਦੇ ਟੀਚਰ ਨੇ ਉਹੀ ਜਿਹੜੀ ਗ੍ਰੇਡ ਦਿੱਤੀ ਸੀ B, ਉਹਨੂੰ ਕੱਟ ਕੇ A ਗ੍ਰੇਡ ਕਰ ਦਿੱਤਾ। ਇੱਕ ਜਿਹੜਾ ਹੁਣ ਆਪਾਂ US ਦਾ ਜਿਹੜਾ ਝੰਡਾ ਵੇਖਦੇ ਆ ਉਹ ਇੱਕ ਜਵਾਕ ਵੱਲੋਂ ਡਿਜ਼ਾਈਨ ਕੀਤਾ ਗਿਆ ਸੀਗਾ, ਇੱਕ ਬੱਚੇ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ ਜੋ ਕਿ ਸਕੂਲ 'ਚ ਪੜ੍ਹਦਾ ਸੀ। ਹੁਣ ਗੱਲ ਕਰਦੇ ਹਾਂ ਆਪਾਂ ਆਪਦੇ ਅਗਲੇ ਫੈਕਟ ਦੀ। ਜਿਹੜੀਆਂ ਕਾਊਸ ਹੁੰਦੀਆਂ, ਗੋਟਸ ਹੁੰਦੀਆਂ ਤੇ ਸ਼ੀਪਸ ਹੁੰਦੀਆਂ, ਗਾਵਾਂ, ਭੇਡਾਂ ਤੇ ਬੱਕਰੀਆਂ, ਇਹਨਾਂ ਦੇ ਜਿਹੜੇ ਉਤਲੇ ਜਵਾੜੇ ਦੇ ਦੰਦ ਨਹੀਂ ਹੁੰਦੇ, ਹਮੇਸ਼ਾ ਥੱਲੜੇ ਜਵਾੜੇ ਦੇ ਦੰਦ ਹੀ ਹੁੰਦੇ ਆ। ਇਹ ਕਿਉਂ ਹੁੰਦਾ? ਕਿਉਂਕਿ ਉਤਲੇ ਜਵਾੜੇ ਦੇ ਉਹਨਾਂ ਦੇ ਡੈਂਟਲ ਪੈਡ ਲੱਗਿਆ ਹੁੰਦਾ ਜੋ ਕਿ ਬਹੁਤ ਹੀ ਸਖਤ ਹੁੰਦਾ, ਬਹੁਤ ਹੀ ਸਖਤ ਹੁੰਦਾ
ਤੇ ਜਿਹੜਾ ਥੱਲੜਾ ਦੰਦ ਹੁੰਦੇ ਆ ਉਹੀ ਸਾਰਾ ਕੰਮ ਕਰਦੇ ਆ, ਘਾਹ ਪੱਟਣ ਤੋਂ ਲੈ ਕੇ ਘਾਹ ਚੁਗਾਉਣ ਤੱਕ ਦਾ ਸਾਰਾ ਉਹੀ ਕੰਮ ਕਰਦੇ ਆ। ਉਤਲਾ ਜਿਹੜਾ ਪੈਡ ਹੁੰਦਾ ਉਹ ਡੈਂਟਲ ਪੈਡ ਹੁੰਦਾ, ਬਹੁਤ ਹੀ ਸਖਤ ਹੁੰਦਾ। ਹੁਣ ਗੱਲ ਕਰਦੇ ਹਾਂ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਫੈਕਟ ਦੀ। ਇਹ ਬਹੁਤ ਹੀ ਇੰਟਰਸਟਿੰਗ ਫੈਕਟ ਹੈ ਜੋ ਕਿ ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਇੱਕ ਬਨਾਨਾ ਜੋ ਕਿ ਆਪਾਂ ਬਹੁਤ ਸਾਰੇ ਡੇਲੀ ਲਾਈਫ ਦੇ ਵਿੱਚ ਕੰਜ਼ਿਊਮ ਕਰਦੇ ਆ, ਉਹ ਬਨਾਨਾ ਜਦੋਂ ਫਰੂਟ ਵੇਖੀਏ ਆਪਾਂ ਜਿਹੜਾ ਟਰੀ ਦੇ ਲੱਗਿਆ ਹੁੰਦਾ ਉਹ ਹਮੇਸ਼ਾ ਡਾਊਨ ਤੋਂ ਅਪ ਸਾਈਡ ਲੱਗਿਆ ਹੁੰਦਾ। ਕੇਲੇ ਦੀ ਪੋਜੀਸ਼ਨ ਥੱਲੋਂ ਤਾਂ ਨੂੰ ਲੱਗਦੀ ਹੈ ਹਮੇਸ਼ਾ। ਹੋਰ ਕੋਈ ਵੀ ਫਰੂਟ ਦੇਖ ਲਿਓ ਤੁਸੀਂ, ਉਹ ਹਮੇਸ਼ਾ ਫਰੂਟ ਥੱਲੇ ਨੂੰ ਲੱਗ ਕੇ ਨਜ਼ਰ ਆਊਗਾ, ਜਦਕਿ ਬਨਾਨਾ ਇਕਲੌਤਾ ਇੱਕ ਇਹੋ ਜਿਹਾ ਫਰੂਟ ਆ ਜੋ ਕਿ ਹਮੇਸ਼ਾ ਥੱਲੇ ਤਾਂ ਨੂੰ ਉੱਗਦਾ। ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਆ, ਇਹ ਤੁਸੀਂ ਜ਼ਰੂਰ ਨੋਟਿਸ ਕਰਿਓ। ਹੁਣ ਗੱਲ ਕਰਦੇ ਹਾਂ ਆਪਾਂ ਆਪਣੇ ਅਗਲੇ ਫੈਕਟ ਦੀ। ਜਿਹੜੀ ਆਪਣੀ ਹਿਊਮਨ ਬੋਡੀ ਆ ਉਹ ਇੱਕ ਸਟੇਜ ਤੇ ਆ ਕੇ ਗਰੋ ਕਰਨਾ ਬੰਦ ਕਰ ਦਿੰਦੀ ਹੈ, ਟੀਥ ਗਰੋ ਹੋਣਾ ਬੰਦ ਹੋ ਜਾਂਦੇ ਆ, ਆਪਣੇ ਜਿਹੜੇ ਹੋਰ ਸੈਲਸ ਆ ਉਹ ਗਰੋ ਹੋਣਾ ਬੰਦ ਕਰ ਦਿੰਦੇ ਆ, ਆਪਣੀ ਹਾਈਟ ਰੁਕ ਜਾਂਦੀ ਹੈ ਇੱਕ ਥਾਂ ਤੇ, ਸਭ ਕੁਝ ਇੱਕ ਥਾਂ ਤੇ ਰੁਕ ਜਾਂਦਾ। ਪਰ ਆਪਣੇ ਜਿਹੜੇ ਨੋਸ ਆ ਤੇ ਈਅਰਸ ਆ ਜਿਹੜੇ ਉਹ ਇੱਕ ਥਾਂ ਤੇ ਜਾ ਕੇ ਨਹੀਂ ਰੁਕਦੇ, ਉਹ ਗਰੋ ਕਰਦੇ ਰਹਿੰਦੇ ਆ। ਜਿਹੜੇ ਪੁਰਾਣੇ ਸੈੱਲ ਆ ਉਹਨਾਂ ਦੇ ਪੁਰਾਣੇ ਜਿਹੜੇ ਸੈਲਸ ਉਹ ਖਤਮ ਹੁੰਦੇ ਰਹਿੰਦੇ, ਡਿਸਟਰੋਏ ਹੁੰਦੇ ਰਹਿੰਦੇ ਆ, ਉਹਨਾਂ ਦੀ ਥਾਂ ਤੇ ਨਵੇਂ ਆਉਂਦੇ ਰਹਿੰਦੇ ਆ ਤੇ ਈਅਰ ਗਰੋ ਹੁੰਦੇ ਰਹਿੰਦੇ ਆ। ਹੁਣ ਗੱਲ ਕਰਦੇ ਹਾਂ ਆਪਾਂ ਆਪਦੇ ਅਗਲੇ ਫੈਕਟ ਦੀ ਜੋ ਕਿ ਥੋੜਾ ਟੈਕਨੀਕਲ ਆ। ਜਦੋਂ ਵੀ ਆਪਾਂ ਹੁਣ ਵੇਖਦੇ ਆ ਟੈਸਲਾ ਦੀਆਂ ਕਾਰਾਂ ਵੇਖ ਸਕਦੇ, ਕੋਈ ਹੋਰ ਵੀ ਕੋਈ ਵੱਡੀ ਕੰਪਨੀਆਂ ਵੇਖ ਸਕਦੇ ਆ, ਉਹ ਇੱਕ ਸੈਲਫ ਡਰਾਈਵਿੰਗ ਕਾਰਸ ਉੱਤੇ ਗੱਲ ਕਰ ਰਹੇ ਆ, ਸੈਲਫ ਡਰਾਈਵਿੰਗ ਪ੍ਰੋਜੈਕਟ ਬਣਾ ਰਹੇ ਕਾਰਸ ਦਾ ਜੋ ਕਿ ਖੁਦ ਨੂੰ ਡਰਾਈਵ ਕਰ ਸਕਦੀਆਂ। ਇਸ ਤੋਂ 10 ਸਾਲ ਪਹਿਲਾਂ ਜਾਂ ਕਹਿ ਸਕਦੇ 5 ਸਾਲ ਪਹਿਲਾਂ ਇਹੋ ਜਿਹੀਆਂ ਕਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਜੋ ਕਿ ਬੰਦੇ ਇਹਨਾਂ ਦੇ ਪ੍ਰੋਜੈਕਟ ਕਰ ਰਹੇ ਸੀਗੇ ਕਿ ਉਹ ਆਪਦੇ ਮੋਬਾਈਲ ਤੋਂ ਜਾਂ ਕਿਸੇ ਵੀ ਜੋਇਸਟਿਕ ਤੋਂ ਜਾਂ ਕੋਈ ਵੀ ਹੋਰ ਪੈਡ ਤੋਂ ਉਹ ਕੰਟਰੋਲ ਕਰ ਸਕਦੇ ਸੀ, ਕਾਰ ਨੂੰ ਚਲਾ ਸਕਦੇ ਸੀਗੇ ਜਾਂ ਉਹਨਾਂ ਦਾ ਸਪੀਡ, ਡਾਇਰੈਕਸ਼ਨ ਸਭ ਕੁਝ ਚੇਂਜ ਕਰ ਸਕਦੇ ਸੀ, ਉਹਨੂੰ ਆਪ ਸਾਈਡ ਤੇ ਬੈਠੇ ਕਾਰ ਨੂੰ ਚਲਾ ਸਕਦੇ ਸੀ। ਪਰ ਮਰਸੀਡੀਜ਼ ਨੇ ਇਹ ਚੀਜ਼ 1966 ਦੇ ਵਿੱਚ F200 ਕਾਰ ਦੇ ਨਾਲ ਕਰਕੇ ਦਿਖਾ ਦਿੱਤੀ ਸੀਗੀ, ਕਿਉਂਕਿ ਉਹ ਡਰਾਈਵਿੰਗ ਕਾਰ ਜਿਹੜੀ ਇਹੋ ਜਿਹੀ ਸੀ ਕਿ ਉਹ ਇੰਨਾ ਕੁ ਜ਼ਿਆਦਾ ਵਧੀਆ ਸੀ ਕਿ ਉਹ ਡਾਇਰੈਕਸ਼ਨ ਵੀ ਦੇ ਸਕਦੇ ਸੀਗੇ, ਉਸ ਕਾਰ ਨੂੰ ਚਲਾ ਵੀ ਸਕਦੇ ਸੀ, ਸਪੀਡ ਵੀ ਵੱਧ ਘੱਟ ਕਰ ਸਕਦੇ ਸੀਗੇ ਤੇ ਬ੍ਰੇਕ ਵੀ ਲਗਾ ਸਕਦੇ ਸੀਗੇ। ਤੇ ਉਹ ਗੱਡੀ 'ਚ ਇਹੋ ਜਿਹੇ ਸੈਂਸਰ ਲਾਏ ਹੋਏ ਸੀ ਕਿ ਉਹ ਗੱਡੀ ਆਟੋਮੈਟਿਕਲੀ ਡਿਟੈਕਟ ਕਰ ਸਕਦੀ ਸੀ ਕਿ ਜਿਹੜਾ ਬੰਦਾ ਗੱਡੀ ਚਲਾ ਰਿਹਾ ਉਹ ਕਿਹੜੀ ਸੀਟ ਦੇ ਉੱਤੇ ਬੈਠਾ, ਕਿਉਂਕਿ ਉਹ ਪੈਸੇਂਜਰ ਸੀਟ ਤੇ ਬਹਿ ਕੇ ਵੀ ਗੱਡੀ ਚਲਾ ਸਕਦਾ, ਕਿਸੇ ਹੋਰ ਸੀਟ ਤੇ ਵੀ ਬਹਿ ਕੇ ਗੱਡੀ ਚਲਾ ਸਕਦਾ ਇੱਕ ਜੋਇਸਟਿਕ ਦੀ ਮਦਦ ਨਾਲ। US ਦੇ ਵਿੱਚ 2006 ਤੋਂ ਲੈ ਕੇ 2017 ਦੇ ਵਿੱਚ ਟਵਿੱਟਰ ਦੇ ਉੱਤੇ ਜਿੰਨੇ ਵੀ ਟਵੀਟ ਹੋਏ ਆ ਉਹ US ਗਵਰਨਮੈਂਟ ਨੇ ਸੇਵ ਕੀਤੇ ਹੋਏ ਆ। ਭਲਾ ਦੀ ਉਹ ਨਿੱਕੇ ਤੋਂ ਨਿੱਕੇ ਬੰਦੇ ਤੋਂ ਲੈ ਕੇ ਵੱਡੇ ਤੋਂ ਵੱਡੇ ਬੰਦੇ ਤੱਕ ਜਿੰਨੇ ਵੀ ਉਹਨਾਂ ਨੇ ਟਵੀਟ ਕੀਤੇ ਉਹ ਹਰ ਇੱਕ ਟਵੀਟ ਸੇਵ ਕੀਤਾ ਹੋਇਆ ਉਹਨਾਂ ਨੇ ਆਪਦੇ ਇੱਕ ਡਾਟਾ ਸਰਵਰ ਦੇ ਵਿੱਚ। ਉਸ ਤੋਂ ਬਾਅਦ 2018 ਦੇ ਵਿੱਚ ਉਹਨਾਂ ਨੂੰ ਇਹ ਫੀਲ ਹੋਇਆ ਕਿ ਉਹ ਬਹੁਤ ਹੀ ਨਜਾਇਜ਼ ਟਵੀਟ ਸੇਵ ਕਰ ਰਹੇ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਵੀ ਨਹੀਂ, ਇਸ ਕਰਕੇ ਉਹਨਾਂ ਨੇ ਬਾਅਦ ਵਿੱਚ ਸਿਲੈਕਟਿਵ ਟਵੀਟ ਹੀ ਸੇਵ ਕਰਨ ਦੀ ਕੋਸ਼ਿਸ਼ ਕੀਤੀ ਆ। ਅਨਯੂਜ਼ੁਅਲ ਟਵੀਟਸ ਹੁੰਦੇ ਜਿਹੜੇ ਉਹਨਾਂ ਨੂੰ ਉਹ ਰਿਜੈਕਟ ਕਰ ਦਿੰਦੇ ਆ, ਹੁਣ ਸਿਰਫ ਚੁਣਿੰਦਾ ਹੀ ਟਵੀਟ ਉਹ ਸੇਵ ਕਰਦੇ ਆ ਆਪਦੇ ਡਾਟਾ ਸਰਵਰ ਦੇ ਵਿੱਚ। ਹੁਣ ਗੱਲ ਕਰਦੇ ਹਾਂ ਆਪਾਂ ਆਪਦੇ ਅਗਲੇ ਫੈਕਟ ਦੀ। ਜਿਰਾਫ ਦੀ ਜਿਹੜੀ ਜੀਭ ਹੁੰਦੀ ਆ ਉਹ ਜਦੋਂ ਮਾਊਥ ਤੋਂ ਬਾਹਰ ਕੱਢਦਾ ਉਹ ਲਗਭਗ 20 ਇੰਚ ਲੰਬੀ ਜਾ ਸਕਦੀ ਆ। ਉਹ ਐਡੀ ਲੰਬੀ ਜੀਭ ਹੋ ਕੇ ਤੇ ਉਹਦਾ ਰੰਗ ਆਪਾਂ ਵੇਖਦੇ ਆ ਤਾਂ ਉਹ ਡਾਰਕ ਬਲੂਇਸ਼ ਬਲੈਕ ਜਿਹਾ ਕਲਰ ਹੁੰਦਾ। ਉਹ ਕਿਉਂ ਹੁੰਦਾ ਉਹਦਾ ਜੀਭ ਦਾ ਰੰਗ? ਕਿਉਂਕਿ ਜਦੋਂ ਉਹ ਜੀਭ ਬਾਹਰ ਕੱਢਦਾ ਤਾਂ ਉਸ ਜੀਭ ਦੇ ਉੱਤੇ ਸਨਬਰਨ ਹੋ ਸਕਦਾ, ਧੁੱਪ ਦੇ ਨਾਲ ਉਸ ਦੀ ਜੀਭ ਨੂੰ ਨੁਕਸਾਨ ਹੋ ਸਕਦਾ, ਕਿਉਂਕਿ ਉਹ ਜੀਭ ਹਮੇਸ਼ਾ ਮਾਊਥ ਦੇ ਅੰਦਰ ਰਹਿੰਦੀ ਹੈ ਤਾਂ ਉਹ ਸੈਂਸਿਟਿਵ ਹੁੰਦੀ ਆ। ਇਸ ਕਰਕੇ ਉਹ ਡਾਰਕ ਬਲੂਇਸ਼ ਬਰਾਊਨ ਰੰਗ ਜਿਹੜਾ ਹੁੰਦਾ ਉਹ ਸਨਬਰਨ ਤੋਂ ਉਸ ਦੀ ਜੀਭ ਨੂੰ ਬਚਾਉਂਦਾ। ਹੁਣ ਗੱਲ ਕਰਦੇ ਹਾਂ ਆਪਾਂ ਆਪਦੇ ਅਗਲੇ ਫੈਕਟ ਦੀ। ਜਿਹੜਾ ਆਈਫਲ ਟਾਵਰ ਇਟਲੀ ਦੇ ਵਿੱਚ ਸਥਿਤ ਆ ਉਹ ਗਰਮੀਆਂ ਦੇ ਵਿੱਚ 6 ਇੰਚ ਤੱਕ ਲੰਬਾ ਹੋ ਸਕਦਾ। ਉਹਦਾ ਕਾਰਨ ਇਹ ਆ ਕਿ ਗਰਮੀਆਂ ਦੇ ਵਿੱਚ ਜਿਹੜਾ ਲੋਹਾ ਹੁੰਦਾ ਉਹ ਪਿਘਲ ਕੇ ਐਕਸਪੈਂਡ ਹੋ ਜਾਂਦਾ। ਜੇ ਉਹ ਇੰਨੀ ਚੀਜ਼ ਥੋੜੀ ਐਕਸਪੈਂਡ ਹੋ ਜਾਂਦੀ ਹੈ ਗਰਮੀ ਦੇ ਕਾਰਨ, ਇਸੇ ਕਾਰਨ ਆਈਫਲ ਟਾਵਰ ਵੀ 6 ਇੰਚ ਤੱਕ ਲੰਬਾ ਹੋ ਜਾਂਦਾ ਗਰਮੀਆਂ ਦੇ ਵਿੱਚ। ਹੁਣ ਗੱਲ ਕਰਦੇ ਹਾਂ ਅਗਲੇ ਫੈਕਟ ਦੀ। ਅਬਰਾਹਮ ਲਿੰਕਨ ਜੋ ਕਿ 16th ਪ੍ਰੈਜ਼ੀਡੈਂਟ ਸੀਗਾ ਯੂਨਾਈਟਿਡ ਸਟੇਟਸ ਦਾ, ਉਸ ਬੰਦੇ ਨੇ ਆਪਦੀ ਜ਼ਿੰਦਗੀ ਦੇ ਵਿੱਚ ਬਾਰਟੈਂਡਰ ਦਾ ਕੰਮ ਵੀ ਕੀਤਾ ਹੋਇਆ। ਕਿਸੇ ਲਿਕਵਰ ਸ਼ਾਪ ਦੇ ਵਿੱਚ ਜਾ ਕੇ, ਕਿਸੇ ਮੰਨ ਲਓ ਆਪਣੇ ਪੰਜਾਬੀ 'ਚ ਕਹਿ ਦਿੰਦੇ ਠੇਕੇ ਤੇ ਜਾ ਕੇ ਲੋਕਾਂ ਨੂੰ ਸ਼ਰਾਬ ਦੇਣ ਦਾ ਕੰਮ ਵੀ ਕੀਤਾ ਹੋਇਆ ਉਸ ਬੰਦੇ ਨੇ, ਤੇ ਉਹ ਇੱਕ ਵੇਲੇ ਜਾ ਕੇ US ਦਾ ਪ੍ਰੈਜ਼ੀਡੈਂਟ ਵੀ ਬਣਿਆ ਹੋਇਆ। ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਆ ਤੇ ਇੱਕ ਡੈਡੀਕੇਸ਼ਨ ਇਹ ਸ਼ੋਅ ਕਰਦੀ ਹੈ ਇੱਕ ਬੰਦੇ ਪ੍ਰਤੀ ਜੋ ਕਿ ਆਪਦੀ ਕੰਟਰੀ ਦੇ ਪ੍ਰਤੀ ਕੁਝ ਰਿਸਪੈਕਟ ਸ਼ੋਅ ਕਰਦਾ। ਜੇ ਤੁਸੀਂ ਵੀਡੀਓ ਨੂੰ ਇੱਥੋਂ ਤੱਕ ਵੇਖ ਲਿਆ ਤਾਂ ਤੁਹਾਨੂੰ ਇੱਕ ਬਹੁਤ ਹੀ ਇੰਟਰਸਟਿੰਗ ਫੈਕਟ ਦੱਸਦੇ ਹਾਂ ਜੋ ਕਿ ਤੁਹਾਨੂੰ ਬੋਨਸ ਦੀ ਤਰ੍ਹਾਂ ਦੱਸਦੇ ਹਾਂ। ਇੱਕ ਇਹ ਇੰਟਰਸਟਿੰਗ ਤੇ ਬਹੁਤ ਹੀ ਸਿੱਖਣ ਵਾਲਾ ਫੈਕਟ ਆ। ਆਪਣੇ ਜੋ ਬਹੁਤ ਸਾਰੇ ਲੋਕੀ ਇਹੋ ਜਿਹੇ ਹੁੰਦੇ ਆ ਜਿਹੜੇ ਮੰਨਦੇ ਆ ਵੀ ਇਸ ਦਿਨ ਆਹ ਕੰਮ ਨਹੀਂ ਕਰੀਦਾ, ਇਸ ਦਿਨ ਆਹ ਕੰਮ ਨਹੀਂ ਕਰੀਦਾ, ਇਹ ਵੀਰਵਾਰ ਆ, ਇਹ ਇੰਨਾ
ਇਸ ਦੇ ਨਾਂ ਦਾ ਕੰਮ ਅਪਸ਼ੁਗਨ ਹੁੰਦਾ ਜਾਂ ਕੁਛ ਵੀ। ਤੇ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਆ ਵੀ ਅਪ੍ਰੈਲ ਦੇ ਮਹੀਨੇ 'ਚ ਕੰਮ ਨਹੀਂ ਸ਼ੁਰੂ ਕਰੀਦਾ, ਅਪਸ਼ਗਨ ਹੁੰਦਾ, ਅਪ੍ਰੈਲ ਫੂਲ ਹੁੰਦਾ, ਇਹ ਚੀਜ਼ਾਂ। ਪਰ ਜਿਹੜਾ ਸਟੀਵ ਜੌਬ ਸੀਗਾ, ਜਦੋਂ ਉਹਨੇ ਐਪਲ ਕੰਪਨੀ ਸ਼ੁਰੂ ਕੀਤੀ ਸਾਰਿਆਂ ਨਾਲੋਂ ਪਹਿਲਾਂ ਉਹਨੇ 1 ਅਪ੍ਰੈਲ ਨੂੰ ਸ਼ੁਰੂ ਕੀਤੀ ਸੀ। ਉਹ ਇਹ ਚੀਜ਼ਾਂ ਨਹੀਂ ਵੇਖਦੇ, ਜੋ ਵੀ ਹਾਰਡ ਵਰਕ ਕਰ ਰਿਹਾ ਹੁੰਦਾ ਉਹ ਇਹ ਚੀਜ਼ਾਂ ਨਹੀਂ ਵੇਖਦੇ ਵੀ ਕਿਹੜਾ ਵਾਰ ਆ ਜਾਂ ਕਿਹੜਾ ਦਿਨ ਆ, ਉਹ ਆਪਦਾ ਕੰਮ ਸ਼ੁਰੂ ਕਰ ਦਿੰਦੇ ਆ। ਉਹਨਾਂ ਨੇ 1 ਅਪ੍ਰੈਲ ਨੂੰ ਆਪਦਾ ਕੰਮ ਸ਼ੁਰੂ ਕੀਤਾ ਸੀ 1976 ਦੇ ਵਿੱਚ, ਤੇ ਅੱਜ ਉਹ ਕੰਪਨੀ $1 ਟ੍ਰਿਲੀਅਨ ਕੰਪਨੀ ਆ, ਪੂਰੀ ਦੁਨੀਆ ਦੀ ਸਾਰਿਆਂ ਨਾਲੋਂ ਅਮੀਰ ਕੰਪਨੀ ਆ।